ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਕਬੀਰ ਜੀ। ਸੋ ਇੱਕ ਵਾਰ ਦੀ ਗੱਲ ਹੈ ਕਿ ਵਿਦਵਾਨ ਪੰਡਿਤ ਭਗਤ ਕਬੀਰ ਸਾਹਿਬ ਜੀ ਦੇ ਪਾਸ ਆ ਕੇ ਕਹਿਣ ਲੱਗਾ ਕਿ ਕਬੀਰ ਜੀ, ਵਿੱਦਿਆ ਪੜ੍ਹੀ ਤੋਂ ਬਗੈਰ ਜੀਵ ਨੂੰ ਗਿਆਨ ਨਹੀਂ ਹੋ ਸਕਦਾ। ਤਾਂ ਕਬੀਰ ਸਾਹਿਬ ਜੀ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਹਨ। ਅੰਧਕਾਰ ਸੁਖ ਕਬਹਿ ਨ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹੇ ਪੰਡਿਤ, ਹਨੇਰੇ ਦੇ ਵਿੱਚ ਕਦੇ ਵੀ ਕੋਈ ਸੁੱਖ ਨਾਲ ਨਹੀਂ ਸੌਂਦਾ। ਚਾਹੇ ਕੋਈ ਰਾਜਾ ਪਾਤਸ਼ਾਹ ਹੋਵੇ, ਚਾਹੇ ਕੋਈ ਰੰਕ ਕੰਗਾਲ ਹੋਵੇ, ਦੋਵਾਂ ਨੂੰ ਮਿਲ ਕਰਕੇ ਰੋਣਾ ਪੈਂਦਾ ਹੈ। ਭਾਵ ਜਿਵੇਂ ਰਾਜਾ ਜਾਂ ਕੰਗਾਲ ਕੋਈ ਵੀ ਜੰਗਲ ਵਿੱਚ ਚਲੇ ਜਾਣ ਤਾਂ ਉੱਥੇ ਹਨੇਰਾ ਪੈ ਜਾਵੇ, ਫਿਰ ਰਾਜਾ ਵੀ ਡਰਦਾ ਹੈ ਕਿ ਕਿਤੇ ਕੋਈ ਦੁਸ਼ਮਣ ਹਮਲਾ ਨਾ ਕਰ ਦੇਵੇ। ਕੰਗਾਲ ਡਰਦਾ ਹੈ ਕਿ ਕਿਤੇ ਕੋਈ ਸ਼ੇਰ ਆਦਿ ਜਾਨਵਰ ਨਾ ਮਾਰ ਜਾਵੇ। ਇਸ ਪ੍ਰਕਾਰ ਦੋਵੇਂ ਸੁੱਖ ਦੀ ਨੀਂਦ ਵਿੱਚ ਸੌਂ ਨਹੀਂ ਸਕਦੇ, ਫਿਕਰਾਂ ਦੇ ਵਿੱਚ ਹੀ ਪਏ ਰਹਿੰਦੇ ਹਨ। ਜਿੰਨਾ ਚਿਰ ਤੱਕ ਜੀਵ ਦੇ ਅੰਦਰ ਅਗਿਆਨ ਦਾ ਅੰਧਕਾਰ ਹਨੇਰਾ ਪਿਆ ਹੋਇਆ ਹੈ, ਉਹ ਕਦੇ ਵੀ ਸੁੱਖ ਦੇ ਨਾਲ ਨਿਰਵਿਕਲਪ ਸਮਾਧੀ ਵਿੱਚ ਜਾਂ ਆਤਮਾਨੰਦ ਵਿੱਚ ਵਿਰਾਜਣਾ ਨਹੀਂ ਕਰਦੇ। ਚਾਹੇ ਕੋਈ ਆਪਣੇ ਆਪ ਨੂੰ ਵਿੱਦਿਆ ਦਾ ਰਾਜਾ ਭਾਵ ਵਿਦਵਾਨ ਪੰਡਿਤ ਕਹਾਉਂਦਾ ਹੋਵੇ, ਚਾਹੇ ਕੋਈ ਵਿੱਦਿਆ ਤੋਂ ਹੀਣਾ ਰੰਕ ਕੰਗਾਲ ਅਵਿਦਕ ਹੋਵੇ, ਦੋਨਾਂ ਨੂੰ ਮਿਲ ਕਰਕੇ ਰੋਣਾ ਪੈਂਦਾ ਹੈ। ਰਾਜਾ ਭਾਵ ਚਾਹੇ ਕੋਈ ਸਿੱਧੀਆਂ ਕਰਕੇ ਵਿਭੂਤੀਆਂ ਵਾਲਾ ਹੋਵੇ ਅਤੇ ਚਾਹੇ ਕੋਈ ਰੰਕ ਭਾਵ ਸਾਧਨਾ ਤੋਂ ਹੀਣਾ ਪੁਰਖ ਹੋਵੇ, ਦੋਨਾਂ ਨੂੰ ਅਗਿਆਨ ਦੇ ਹਨੇਰੇ ਵਿੱਚ ਰੋਣਾ ਹੀ ਪੈਂਦਾ ਹੈ। ਜੋ ਪੈ ਰਸਨਾ ਰਾਮ ਨ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ ਰਹਾਉ। ਜਦ ਤੱਕ ਤੂੰ ਬਹੁੜੋ ਰਸਨਾ ਜੀਭਾਂ ਕਰਕੇ ਰਾਮ ਪਰਮੇਸ਼ਰ ਦੇ ਨਾਮ ਨੂੰ ਨਹੀਂ ਕਹਿਬੋ ਕਹਿੰਦਾ, ਤਦ ਤੱਕ ਅਗਿਆਨ ਦੇ ਹਨੇਰੇ ਵਿੱਚ ਉਪਜਤ ਪੈਦਾ ਹੁੰਦੇ ਅਤੇ ਬਿਨਸਤ ਮਰਦੇ ਹੋਏ ਰੋਂਦੇ ਰਹੋਗੇ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਇਹ ਕਬੀਰ ਜੀ, ਸਾਡੇ ਕੋਲ ਬਹੁਤ ਸਾਰੀ ਮਾਇਆ ਹੈ, ਬਹੁਤ ਸਾਰੇ ਪਦਾਰਥ ਹਨ, ਕੀ ਉਹ ਸਾਡੀ ਸਹਾਇਤਾ ਨਾ ਕਰਨਗੇ? ਤਾਂ ਕਬੀਰ ਸਾਹਿਬ ਜੀ ਕਹਿਣ ਲੱਗੇ, ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਨ ਗਏ ਕਹੋ ਕਾਂ ਕੀ ਮਾਇਆ। ਜਿਸ ਪ੍ਰਕਾਰ ਬ੍ਰਿਖ ਦੀ ਛਾਂ ਨੂੰ ਅਚਲ ਜਾਣ ਕੇ ਵੇਖੀਏ ਕਿ ਇਹ ਇੱਥੇ ਹੀ ਸਥਿਤ ਰਹੇਗੀ ਅਤੇ ਮੈਂ ਛਾਵੇਂ ਆਰਾਮ ਕਰਾਂਗਾ, ਇਸੇ ਪ੍ਰਕਾਰ ਰੁੱਖਾਂ ਦੀ ਨਿਆਈ ਇਹ ਸਰੀਰ ਹਨ ਅਤੇ ਛਾਂ ਦੀ ਨਿਆਈ ਮਾਇਆ ਹੈ। ਇਸ ਨੇ ਪਰਾਲਬਧ ਰੂਪੀ ਸੂਰਜ ਅਸਤ ਹੋਣ ਤੋਂ ਸਥਿਤ ਨਹੀਂ ਰਹਿਣਾ। ਜਦੋਂ ਪ੍ਰਾਣ ਸਵਾਸ ਨਾਸ ਹੋ ਗਏ, ਉਦੋਂ ਕਹੋ ਦੱਸੋ ਕਾਂ ਕਿਸ ਦੀ ਮਾਇਆ ਵਿਭੂਤੀ ਹੋਵੇਗੀ? ਇਹ ਮਾਇਆ ਕਿਸੇ ਦੀ ਵੀ ਨਹੀਂ ਹੈ। ਅਤੇ ਇਸ ਹੰਕਾਰ ਨੂੰ ਵੀ ਨਿਵਰਤ ਕਰ ਲੈ ਕਿ ਇਹ ਸਾਡੀ ਸਹਾਇਤਾ ਕਰੇਗੀ। ਜਸ ਜੰਤੀ ਮਹਿ ਜੀਉ ਸਮਾਨਾ, ਮੂਏ ਮਰਮ ਕੋ ਕਾ ਕਰ ਜਾਨਾ। ਜਿਸ ਪ੍ਰਕਾਰ ਵਾਜਾ ਵਜਾਉਣ ਵਾਲੇ ਵਿੱਚ ਜੀਉ ਸੁਰ ਸਮਾਨਾ ਸਮਾਈ ਹੋਈ, ਜਦੋਂ ਵਾਜੇ ਨੂੰ ਵਜਾਉਣਾ ਹਟ ਜਾਵੇ ਤਾਂ ਉਹ ਜੀਉ ਸ਼ਬਦ ਆਵਾਜ਼ ਉਸ ਵਾਜੇ ਦੇ ਵਿੱਚ ਹੀ ਸਮਾਨਾ ਲੀਨ ਹੋ ਜਾਂਦੀ। ਜਦੋਂ ਕੋਈ ਮਰ ਜਾਂਦਾ ਹੈ ਤਾਂ ਉਸ ਦੇ ਮਰਮ ਭੇਤ ਨੂੰ ਕੋਈ ਕੀ ਕਰਕੇ ਜਾਣਨਾ ਕਰੇਗਾ? ਇਹ ਕਿੱਧਰੋਂ ਆਇਆ ਸੀ, ਹੁਣ ਕਿੱਧਰ ਨੂੰ ਚਲਾ ਗਿਆ ਹੈ? ਫਿਰ ਪ੍ਰਸ਼ਨ ਹੈ, ਕਬੀਰ ਜੀ ਕਾਲ ਕਿਵੇਂ ਰਹਿੰਦਾ ਹੈ? ਭਾਵ ਕਬੀਰ ਜੀ ਕਾਲ ਕਿਵੇਂ ਰਹਿੰਦਾ ਹੈ? ਉੱਤਰ ਦਿੰਦੇ, ਹੰਸਾ ਸਰਵਰ ਕਾਲ ਸਰੀਰ। ਹੇ ਪਿਆਰਿਓ, ਜਿਵੇਂ ਹੰਸ ਮਾਨ ਸਰੋਵਰ 'ਤੇ ਰਹਿੰਦੇ ਹਨ, ਇਸੇ ਪ੍ਰਕਾਰ ਕਾਲ ਮੌਤ ਦੇਹਾਂ ਦੇ ਉੱਪਰ ਖੜੀ ਹੈ। ਜਿਵੇਂ ਹੰਸ ਸਰੋਵਰ ਨੂੰ ਛੱਡਦੇ ਨਹੀਂ, ਇਸੇ ਪ੍ਰਕਾਰ ਕਾਲ ਸਰੀਰਾਂ ਨੂੰ ਨਹੀਂ ਛੱਡਦਾ, ਭਖਣ ਕਰ ਲੈਂਦਾ ਹੈ। ਫਿਰ ਪ੍ਰਸ਼ਨ ਕਰਦੇ ਕਬੀਰ ਜੀ, ਫਿਰ ਕੀ ਹਾਲਤ ਹੋਵੇਗੀ? ਫਿਰ ਦੂਸਰਾ ਅਰਥ ਕਰਦੇ ਆ, ਜਦੋਂ ਸਰੀਰ ਦੇਹਾਂ ਨੂੰ ਮੌਤ ਲੈ ਜਾਵੇਗੀ, ਜਿਹੜੇ ਹੰਸਾ ਤੋਂ ਭਾਵ ਹੰਕਾਰ ਹੰਗਤਾ ਮਮਤਾ ਦੇ ਸਹਿਤ ਹੋਣਗੇ, ਉਹਨਾਂ ਨੂੰ ਸੰਸਾਰ ਰੂਪੀ ਸਰੋਵਰ ਵਿੱਚ ਵੀ ਪਾਇਆ ਜਾਵੇਗਾ, ਭਾਵ ਵਾਰ-ਵਾਰ ਜੂਨਾਂ ਵਿੱਚ ਆਉਣਾ ਪਵੇਗਾ। ਫਿਰ ਪ੍ਰਸ਼ਨ ਕਰਦੇ ਹੈ ਕਬੀਰ ਜੀ,
ਜਿਹੜੇ ਮਹਾਤਮਾ ਜਨ ਹਨ ਉਹਨਾਂ ਦੀ ਕੀ ਹਾਲਤ ਹੋਵੇਗੀ। ਤੀਸਰਾ ਅਰਥ ਕਰਦਿਆਂ ਦੱਸਦੇ, ਜਦੋਂ ਹੰਸਾ ਸੰਤਾਂ ਮਹਾਤਮਾ ਦੇ ਸਰੀਰ ਦੇਹੀ ਦਾ ਕਾਲ ਹੋ ਗਿਆ ਤਾਂ ਉਹ ਸਰਵਰ ਸਰੋਵਰ ਦੀ ਨਿਆਈ ਜੋ ਪਰਮੇਸ਼ਰ ਹੈ ਉਸ ਵਿੱਚ ਮਿਲ ਜਾਣਗੇ, ਅਭੇਦ ਹੋ ਜਾਣਗੇ। ਸੋ ਅੱਗੇ ਕਿਰਪਾ ਕਰ ਰਹੇ ਹਨ ਕਬੀਰ ਸਾਹਿਬ ਜੀ। ਰਾਮ ਰਸਾਇਣ ਪੀਓ ਰੇ ਕਬੀਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਪਰਮੇਸ਼ਰ ਜੋ ਰਸ ਆਇਨ ਰਸਾਂ ਦਾ ਘਰ ਹੈ ਉਸ ਦੇ ਨਾਮ ਨੂੰ ਪੀਣਾ ਕਰੋ। ਜਿਸ ਅੰਮ੍ਰਿਤ ਨਾਮ ਰਸ ਪੀਣ ਕਰਕੇ ਜਦੋਂ ਤੁਹਾਡੇ ਸਰੀਰਾਂ ਦਾ ਕਾਲ ਹੋਵੇਗਾ ਤਾਂ ਉਦੋਂ ਤੁਹਾਡਾ ਜੀਵ ਆਤਮਾ ਬ੍ਰਹਮ ਰੂਪੀ ਸਰੋਵਰ ਵਿੱਚ ਆ ਵਸੇਗਾ। ਗੌੜੀ ਕਬੀਰ ਜੀ। ਫਿਰ ਪੰਡਤਾਂ ਨੇ ਭਗਤ ਕਬੀਰ ਜੀ ਕੋਲ ਕੁਝ ਪ੍ਰਸ਼ਨ ਕੀਤੇ। ਉਹਨਾਂ ਪ੍ਰਸ਼ਨਾਂ ਨੂੰ ਭਗਤ ਕਬੀਰ ਸਾਹਿਬ ਜੀ ਪਹਿਲਾਂ ਆਪ ਕਥਨ ਕਰਕੇ ਫਿਰ ਆਪ ਹੀ ਉੱਤਰ ਦੇਣਗੇ। ਜੋਤ ਕੀ ਜਾਤ, ਜਾਤ ਕੀ ਜੋਤੀ। ਇਹ ਸ੍ਰਿਸ਼ਟੀ ਦੀ ਰਚਨਾ ਕਿਸਨੇ ਜੋਤ ਪ੍ਰਕਾਸ਼ ਕੀਤੀ ਹੈ, ਇਹ ਪ੍ਰਸ਼ਨ ਹੈ। ਉੱਤਰ ਵੀ ਦਿੰਦੇ ਆ ਕਿ ਜਾਤ ਕੀ ਜੋਤੀ, ਜਿਹੜੀ ਜਾਤ ਸ੍ਰਿਸ਼ਟੀ ਹੈ ਇਹ ਜੋਤੀ ਪ੍ਰਕਾਸ਼ ਰੂਪ ਦੀ ਪੈਦਾ ਕੀਤੀ ਹੋਈ ਹੈ। ਤਿਤ ਲਾਗੇ ਕੰਚੂਆ ਫਲ ਮੋਤੀ। ਉਸ ਜੋਤੀ ਸਰੂਪ ਪਰਮੇਸ਼ਰ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਆਪਣੀ ਬੁੱਧ ਵਿੱਚ ਮੋਤੀ ਹੀਰੇ ਜਵਾਹਰਾਤਾਂ ਦੇ ਫਲ ਨੂੰ ਕੱਚੇ ਕੰਚੂਆ ਭਾਵ ਕੱਚੇ ਭਾਵ ਨਿਕੰਮੇ ਨਿਸ਼ਚੇ ਕੀਤਾ ਹੋਇਆ। ਐਸਾ ਉਹਨਾਂ ਦੇ ਅੰਦਰ ਵਿਵੇਕ ਵਿਰਾਗ ਦਾ ਪ੍ਰਕਾਸ਼ ਹੈ। ਪ੍ਰਸ਼ਨ ਹੈ ਮਹਾਰਾਜ, ਜਿਹੜੇ ਪਦਾਰਥਾਂ ਵਿੱਚ ਲੱਗੇ ਹੋਏ ਉਹਨਾਂ ਦੀ ਕੀ ਹਾਲਤ ਹੈ। ਫਿਰ ਉੱਤਰ ਦਿੰਦੇ, ਉਹਨਾਂ ਨੂੰ ਇਹ ਫਲ ਮੋਤੀ ਆਦਿਕ ਗੁਣ ਮਿਲਣੇ ਤਾਂ ਸੀ, ਪਰੰਤੂ ਉਹ ਕੱਚ ਵਰਗੇ ਨਿਕੰਮੇ ਵਿਸ਼ਿਆਂ ਵਿੱਚ ਹੀ ਲੱਗੇ ਰਹੇ। ਇਸ ਕਰਕੇ ਉਹਨਾਂ ਦੇ ਫਲ ਮੋਤੀ ਆਦਿਕ ਸ਼ੁਭ ਗੁਣ ਕੱਚ ਵਰਗੇ ਹੋ ਗਏ। ਉਹਨਾਂ ਨੇ ਵਿਵੇਕ ਗਿਆਨ ਰੂਪੀ ਫਲ ਨੂੰ ਅਤੇ ਵਿਰਾਗ ਰੂਪੀ ਮੋਤੀ ਨੂੰ ਕੱਚ ਵਰਗੇ ਨਿਕੰਮੇ ਹੀ ਸਮਝਿਆ ਹੈ। ਉਹ ਕਦੇ ਵੀ ਦੈਵੀ ਗੁਣਾਂ ਵਿੱਚ ਪਰਚਦੇ ਹੀ ਨਹੀਂ ਹਨ। ਫਿਰ ਪੰਡਤਾਂ ਨੇ ਹੋਰ ਪ੍ਰਸ਼ਨ ਕੀਤੇ। ਕਵਨ ਸੋ ਘਰ ਜੋ ਨਿਰਭਉ ਕਹੀਐ। ਉਹ ਕਿਹੜਾ ਸੁਸ੍ਰੇਸ਼ਟ ਘਰ ਹੈ ਜਿਹੜਾ ਭੈ ਤੋਂ ਰਹਿਤ ਨਿਰਭਉ ਕਹੀਦਾ ਹੈ। ਗੁਰ ਉੱਤਰ ਬਖਸ਼ਿਸ਼ ਕਰਦੇ ਹਨ ਕਬੀਰ ਸਾਹਿਬ ਜੀ। ਭਉ ਭਜ ਜਾਏ ਅਭੈ ਹੋਏ ਰਹੀਐ ਰਹਾਉ। ਹੇ ਭਾਈ, ਜਿੱਥੇ ਜੰਮਣ ਮਰਨ ਦਾ ਭਉ ਡਰ ਨੱਸ ਜਾਵੇ, ਭੱਜ ਜਾਵੇ, ਅਭੈ ਨਿਰਭੈ ਹੋ ਕੇ ਰਹਿਣਾ ਕਰੀਏ, ਇਸਤਿਤ ਹੋ ਕੇ ਰਹੀਏ, ਉਹ ਹੀ ਨਿਰਭਉ ਘਰ ਕਹੀਦਾ ਹੈ। ਰਹਾਉ। ਅੱਗੇ ਪ੍ਰਸ਼ਨ ਕਰਦੇ, ਹੈ ਮਹਾਰਾਜ, ਜਿਹੜੇ ਤੀਰਥਾਂ ਦੇ ਕਿਨਾਰਿਆਂ 'ਤੇ ਰਹਿੰਦੇ ਹਨ ਉਹਨਾਂ ਦਾ ਮਨ ਤਾਂ ਪਰਮੇਸ਼ਰ ਵੱਲ ਮਨ ਜਾਂਦਾ ਹੋਵੇਗਾ। ਕਬੀਰ ਜੀ ਗੁਰ ਉੱਤਰ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਤਟ ਤੀਰਥ ਨਹੀਂ ਮਨ ਪਤੀ ਆਏ। ਜਿਹੜੇ ਤੀਰਥਾਂ ਦੇ ਤਟ ਕਿਨਾਰਿਆਂ 'ਤੇ ਤਲਾਵਾਂ ਆਦਿਕਾਂ ਦੇ ਵਿੱਚ ਰਹਿਣ ਵਾਲੇ ਹਨ ਉਹਨਾਂ ਉੱਤੇ ਹਿਰਦਾ ਨਹੀਂ ਪਤੀ ਆਏ ਪਤੀਜਦਾ, ਕਿਉਂਕਿ ਜ਼ਿਆਦਾਤਰ ਉਹ ਆਪਣੀ ਪੂਜਾ ਕਰਾਉਣ ਵਾਸਤੇ ਦੰਭ ਪਖੰਡ ਹੀ ਕਰਦੇ ਹਨ। ਪ੍ਰਸ਼ਨ ਹੈ ਫਿਰ ਮਹਾਰਾਜ, ਜਿਹੜੇ 4 ਵੇਦ ਪੜ੍ਹਨ ਵਾਲੇ ਹਨ ਉਹ ਤਾਂ ਜਾਣ ਲੈਂਦੇ ਹੋਣਗੇ। ਉੱਤਰ ਦਿੰਦੇ, 4 ਆਚਾਰ ਰਹੇ ਉਰਜਾਏ। ਜਿਹੜੇ 4 ਵੇਦਾਂ ਨੂੰ ਪੜ੍ਹਨ ਵਾਲੇ ਹਨ ਉਹ ਨਾਨਾ ਉਪਾਸਨਾ ਰੂਪੀ ਆਚਾਰ ਕਰਤੱਬਾਂ ਵਿੱਚ ਹੀ ਉਲਝ ਕੇ ਰਹਿ ਗਏ ਹਨ। ਕਈ 4 ਸੁੰਦਰ ਆਚਾਰ ਕਰਤੱਬਾਂ, 4 ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਕਰਮਾਂ ਦੇ ਆਚਾਰਾਂ ਵਿੱਚ ਹੀ ਉਲਝ ਰਹੇ ਹਨ। ਪਾਪ ਪੁੰਨ ਦੋਏ ਏਕ ਸਮਾਨ। ਸਾਡੇ ਨਿਸ਼ਚੇ ਵਿੱਚ ਤਾਂ ਪਾਪ ਮੰਦ ਕਰਮ ਅਤੇ ਪੁੰਨ ਸ਼ੁਭ ਕਰਮ ਦੋਵੇਂ ਇੱਕੋ ਜਿਹੇ ਹਨ। ਪਾਪ ਜੋ ਪਾਪ ਕਰਮ ਕਰਦਾ ਉਹ ਨਰਕਾਂ ਵਿੱਚ ਪੈਂਦਾ ਹੈ, ਜਿਹੜਾ ਪੁੰਨ ਕਰਮ ਕਰਦਾ ਹੈ ਉਹ ਸਵਰਗਾਂ ਵਿੱਚ ਜਾਂਦਾ ਹੈ। ਦੋਵਾਂ ਨੂੰ ਦੁੱਖ ਇੱਕ ਸਮਾਨ ਹੀ ਹੈ। ਜਿਵੇਂ ਇੱਕ ਰਾਜੇ ਨੂੰ ਸੋਨੇ ਦੀਆਂ ਬੇੜੀਆਂ ਪਾ ਕੇ ਨਜ਼ਰਬੰਦ ਕਰ ਦਈਏ ਤਾਂ ਉਹ ਕੈਦੀ ਹੁੰਦਾ ਹੈ, ਅਤੇ ਦੂਸਰੇ ਨੂੰ ਲੋਹੇ ਦੀਆਂ ਬੇੜੀਆਂ ਪਾ ਕੇ ਕੈਦ ਕਰ ਲਈਏ। ਇਸ ਪ੍ਰਕਾਰ ਪਾਪੀ ਆਦਮੀ ਦੇ ਪਾਪਾਂ ਰੂਪੀ ਲੋਹੇ ਦੀ ਬੇੜੀ ਪਈ ਹੈ, ਪੁੰਨੀ ਆਦਮੀ ਦੇ ਪੁੰਨਾਂ ਰੂਪੀ ਸੋਨੇ ਦੀ ਬੇੜੀ ਪਾ ਕੇ ਸਵਰਗ ਵਿੱਚ ਰੱਖਿਆ ਹੈ। ਜਦੋਂ ਇਸ ਦੇ ਪੁੰਨ ਨਾਸ ਹੋਏ ਤਾਂ ਜਿਵੇਂ ਪਹਾੜ ਤੋਂ ਪੱਥਰ ਹੇਠਾਂ ਡਿੱਗਦਾ ਹੈ, ਇਸ ਤਰ੍ਹਾਂ ਸਵਰਗਾਂ ਵਿੱਚੋਂ ਹੇਠਾਂ ਟੇਢੀਆਂ ਜੂਨਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਫਿਰ ਪ੍ਰਸ਼ਨ ਕਰਦੇ ਹੈ ਕਬੀਰ ਜੀ, ਉਸ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ।
ਉੱਤਰ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਨਿਜ ਘਰ ਪਾਰਸ ਤਜਹੁ ਗੁਣ ਆਨ। ਹੇ ਭਾਈ, ਨਿਜ ਹਿਰਦੇ ਰੂਪੀ ਘਰ ਵਿੱਚ ਹੀ ਸਾਰਿਆਂ ਦਾ ਆਤਮਾ ਰੂਪ ਬ੍ਰਹਮ ਹੈ, ਜਿਸ ਦੀ ਸੱਤਾ ਨਾਲ ਸਾਰੀਆਂ ਜੜ ਚੀਜ਼ਾਂ ਵੀ ਹਿੱਲਣ ਜੁਲਣ ਵਾਲੀਆਂ, ਕਿਰਿਆ ਕਰਨ ਵਾਲੀਆਂ ਬਣ ਜਾਂਦੀਆਂ ਹਨ। ਫਿਰ ਮਹਾਰਾਜ ਪ੍ਰਾਪਤ ਕਿਉਂ ਨਹੀਂ ਹੁੰਦਾ? ਤਾਂ ਕਹਿੰਦੇ ਕਿ ਜਿਹੜਾ ਆਨ ਹੋਰ ਗੁਣ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ੇ ਹਨ, ਤਿੰਨੇ ਰਜੋ ਤਮੋ ਸਤੋ ਗੁਣ ਹਨ। ਆਨ ਦਵੈਤ ਨੂੰ ਤਿਆਗਣਾ ਕਰੋ ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ। ਕਬੀਰ ਨਿਰਗੁਣ ਨਾਮ ਨ ਰੋਸ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਨਿਰਗੁਣ ਗੁਣਾਂ ਤੋਂ ਹੀਣੇ ਜੀਵ ਪਰਮੇਸ਼ਰ ਦੇ ਨਾਮ ਜਪਣ ਵੇਲੇ ਰੋਸ ਰੁੱਸਿਆ ਨਾ ਕਰ। ਨਿਰਗੁਣ ਤਿੰਨਾਂ ਗੁਣਾਂ ਤੋਂ ਅਤੀਤ ਜੋ ਬ੍ਰਹਮ ਹੈ, ਉਸ ਦੇ ਨਾਮ ਨਾਲ ਰੋਸ ਕ੍ਰੋਧ ਨਾ ਕਰ। ਨਿਰਗੁਣ ਨਿਰਾਕਾਰ ਸਰੂਪ ਪਰਮੇਸ਼ਰ ਦਾ ਜਿਹੜਾ ਨਾਮ ਜਪੇਗਾ, ਉਹ ਨਰ, ਉਸ ਕਹੀਏ ਨਰ ਪੁਰਸ਼, ਉਸ ਬ੍ਰਹਮ ਦਾ ਰੂਪ ਹੋ ਜਾਵੇਗਾ। ਇਸ ਪਰਚਾਏ ਪਰਚ ਰਹੋ ਏਸ। ਇਸ ਪ੍ਰਕਾਰ ਪਰਮੇਸ਼ਰ ਦੇ ਪਰਚੇ ਵਿੱਚ ਹੀ ਰੁੱਝਿਆ ਰਹੇਗਾ ਤਾਂ ਤੂੰ ਵੀ ਈਸ਼ਵਰ ਬਣ ਜਾਵੇਗਾ, ਬ੍ਰਹਮ ਦਾ ਰੂਪ ਹੀ ਹੋ ਜਾਵੇਗਾ। ਗੌੜੀ ਕਬੀਰ ਜੀ। ਇੱਕ ਪੰਡਤ ਭਗਤ ਕਬੀਰ ਸਾਹਿਬ ਜੀ ਦੇ ਪਾਸ ਆ ਕੇ ਝਗੜਾ ਕਰਨ ਲੱਗ ਪਿਆ ਕਿ ਹੇ ਕਬੀਰ, ਜਿਹੜੇ ਜੁਲਾਹੇ ਹਨ ਉਹ ਕਦੇ ਵੀ ਮੁਕਤ ਨਹੀਂ ਹੋ ਸਕਦੇ, ਬੈਕੁੰਠ ਨੂੰ ਨਹੀਂ ਜਾ ਸਕਦੇ। ਅਸੀਂ ਬ੍ਰਾਹਮਣ ਲੋਕ ਹੀ ਬੈਕੁੰਠ ਨੂੰ ਜਾਵਾਂਗੇ। ਇਸ ਤਰ੍ਹਾਂ ਉਸ ਦੀਆਂ ਹੰਕਾਰ ਭਰੀਆਂ ਗੱਲਾਂ ਸੁਣ ਕੇ ਭਗਤ ਕਬੀਰ ਸਾਹਿਬ ਜੀ ਆਪਣੇ 10ਵੇਂ ਸ਼ਬਦ ਸ਼ਲੋਕ ਦੇ ਰਾਹੀਂ ਕਿਰਪਾ ਕਰ ਰਹੇ ਹਨ। ਜੋ ਜਨ ਪਰ ਮਿਤ ਪਰ ਮਨ ਜਾਨਾ, ਬਤ ਨਹੀਂ ਬੈਕੁੰਠ ਸਮਾਨਾ। ਹੇ ਭਾਈ, ਜਿਹੜੇ ਜਨ ਪੁਰਸ਼ ਆਪ ਮਿਤ ਮਰਿਆਦਾ ਤੋਂ ਪਰੇ ਹਨ ਅਤੇ ਮਨ ਅੰਤਸ਼ਕਰਨ ਤੋਂ ਪਰੇ ਪਰਮੇਸ਼ਰ ਨੂੰ ਜਾਣਨਾ ਕਰਦੇ ਹਨ, ਉਹ ਬਾਤਨ ਗੱਲਾਂ ਬਾਤਾਂ ਨਾਲ ਹੀ ਆਪਣੇ ਆਪ ਨੂੰ ਸਵਰਗ ਵਿੱਚ ਸਮਾਨਾ ਸਮਾਇਆ ਹੋਇਆ ਸਮਝੀ ਬੈਠੇ ਹਨ। ਨਾ ਜਾਨਾ ਬੈਕੁੰਠ ਕਹਾਹੀ, ਜਾਨ ਜਾਨ ਸਭ ਕਹਿ ਤਹਾਹੀ ਰਹਾਉ। ਹੇ ਪੰਡਤੋ, ਤੁਹਾਨੂੰ ਪਤਾ ਹੈ ਕਿ ਬੈਕੁੰਠ ਕਿਸ ਪਾਸੇ ਵੱਲ ਹੈ। ਤੁਸੀਂ ਬੈਕੁੰਠ ਨੂੰ ਨਹੀਂ ਜਾਣਿਆ ਕਿ ਉਹ ਕਿੱਥੇ ਹੈ, ਪਰ ਤੁਸੀਂ ਸਾਰੇ ਹੀ ਕਹੀ ਜਾਂਦੇ ਹੋ ਉੱਥੇ ਬੈਕੁੰਠ 'ਚ ਜਾਣਾ ਹੈ, ਜਾਣਾ ਹੈ। ਹੇ ਪੰਡਤੋ, ਅਸੀਂ ਤੁਹਾਡੇ ਕਲਪੇ ਹੋਏ ਬੈਕੁੰਠ ਨੂੰ ਨਹੀਂ ਜਾਣਦੇ, ਉਹ ਕਿੱਥੇ ਹੈ। ਤੁਸੀਂ ਸਾਰੇ ਹੀ ਉੱਥੇ ਜਾਣਾ ਜਾਣਾ ਕਹੀ ਜਾਂਦੇ ਹੋ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਹਿਨ ਕਹਾਵਨ ਨਹਿ ਪਤੀ ਆਈ ਹੈ, ਤਉ ਮਨ ਮਾਨੈ ਜਾਤੇ ਹਉਮੈ ਜਈ ਹੈ। ਤੁਸੀਂ ਆਪ ਕਹਿ ਲਿਆ ਕਿ ਅਸੀਂ ਬ੍ਰਹਮ ਵਿੱਚ ਅਭੇਦ ਹੋ ਜਾਵਾਂਗੇ, ਬੈਕੁੰਠ ਵਾਸੀ ਹੋ ਜਾਵਾਂਗੇ, ਅਤੇ ਆਪਣੇ ਸੇਵਕਾਂ ਤੋਂ ਵੀ ਕਹਾਵਨ ਕਹਾ ਲਿਆ। ਇਸ ਉੱਪਰ ਸਾਡਾ ਮਨ ਨਹੀਂ ਪਤੇ ਆਈ ਹੈ। ਪਤੀ ਆਈ ਭਾਵ ਪਤੀਜਦਾ ਨਹੀਂ ਹੈ। ਪੰਡਿਤ ਕਹਿਣ ਲੱਗੇ, ਫਿਰ ਤੇਰਾ ਮਨ ਕਿਵੇਂ ਮੰਨੇਗਾ? ਤਾਂ ਕਬੀਰ ਜੀ ਕਹਿਣ ਲੱਗੇ, ਜਦੋਂ ਅੰਦਰ ਤੋਂ ਹਉਮੈ ਹੰਗਤਾ ਮਮਤਾ ਜਈ ਚਲੀ ਜਾਂਦੀ ਹੈ, ਤਦੋਂ ਹੀ ਸਾਡਾ ਮਨ ਚਿੱਤ ਮਾਨੈ ਕਹੀਏ ਮੰਨਦਾ ਹੈ। ਨਾਲੇ ਇੱਕ ਗੱਲ ਹੋਰ ਤੁਹਾਨੂੰ ਆਖਦੇ ਹਾਂ, ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਦੋਂ ਤੱਕ ਤੁਹਾਡੇ ਹਿਰਦੇ ਵਿੱਚ ਬੈਕੁੰਠ ਦੀ ਆਸ ਇੱਛਾ ਰੱਖੀ ਹੋਈ ਆ, ਤਦੋਂ ਤੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਤੁਹਾਡਾ ਵਾਸਾ ਨਹੀਂ ਹੋ ਸਕਦਾ। ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹੋ ਕਬੀਰ ਇਹ ਕਹੀਐ ਕਾਹੇ, ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੈ ਆਹੇ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਗੱਲ ਕਾਹੇ ਕਿਸ ਨੂੰ ਕਹਿਣਾ ਕਰੀਏ ਕਿ ਬੈਕੁੰਠ ਕਿੱਥੇ ਹੈ। ਸਾਡੇ ਸਿਧਾਂਤ ਮਤ ਅਨੁਸਾਰ ਤਾਂ ਸਾਧ ਸੰਗਤ ਸਤ ਸੰਗਤ ਵਿੱਚ ਹੀ ਬੈਕੁੰਠ ਆਹੇ ਕਹੀਏ ਹੈ। ਗੌੜੀ ਕਬੀਰ ਜੀ। ਕਬੀਰ ਜੀ ਦਾ ਇੱਕ ਪ੍ਰੇਮੀ ਸੀ, ਉਹ ਉਮਰ ਭੋਗ ਕੇ ਚੜ੍ਹਾਈ ਕਰ ਗਿਆ। ਉਸ ਦੇ ਮਰਨ ਮਗਰੋਂ ਉਸ ਦੇ ਪੁੱਤਰ ਘਰ ਵਿੱਚ ਆਪੋ ਵਿੱਚ ਦੀ ਲੜ ਪਏ, ਘਰ ਵੰਡਣ ਲੱਗੇ। ਕਿਸੇ ਨੇ ਕਬੀਰ ਜੀ ਨੂੰ ਜਾ ਕੇ ਦੱਸਿਆ
ਤਾਂ ਕਬੀਰ ਜੀ ਉਹਨਾਂ ਦਾ ਫੈਸਲਾ ਕਰਾਉਣ ਲਈ ਆਏ ਅਤੇ ਇਹ ਉਪਦੇਸ਼ ਦੇਣਾ ਕੀਤਾ। ਉਪਜੈ ਨਿਪਜੈ ਨਿਪਜ ਸਮਾਈ। ਹੇ ਪੁੱਤਰੋ, ਦੇਖੋ ਤੁਹਾਡਾ ਪਿਤਾ ਉਪਜੈ ਪੈਦਾ ਹੋਇਆ, ਫਿਰ ਤੁਸੀਂ ਉਸ ਤੋਂ ਨਿਪਜੈ ਪੈਦਾ ਹੋਏ। ਇਸੇ ਪ੍ਰਕਾਰ ਉਹ ਅੰਤ ਨੂੰ ਨਿਪਜ ਨਿਪਜਿਆ ਹੋਇਆ ਭਾਵ ਪੈਦਾ ਹੋ ਕੇ ਸਮਾਈ ਸਮਾ ਗਿਆ, ਲੈ ਹੋ ਗਿਆ। ਪਹਿਲਾਂ ਜੀਵ ਪਿਤਾ ਦੀ ਅੰਸ਼ ਬਣ ਕੇ ਉਪਜਦਾ ਹੈ, ਫਿਰ ਮਾਤਾ ਦੇ ਗਰਭ ਵਿੱਚ ਨਿਪਜੈ ਪੈਦਾ ਹੋ ਕੇ ਸਥਿਤ ਹੁੰਦਾ, ਫਿਰ ਮਾਤਾ ਦੇ ਗਰਭ ਵਿੱਚੋਂ ਬਾਹਰ ਬਾਲਕ ਰੂਪ ਵਿੱਚ ਪੈਦਾ ਹੋ ਕੇ ਸਥਿਤ ਹੁੰਦਾ। ਇਸੇ ਤਰ੍ਹਾਂ ਅੰਤ ਨੂੰ ਸਮਾਈ ਸਮਾ ਜਾਂਦਾ ਭਾਵ ਮਰ ਜਾਂਦਾ ਹੈ। ਨੈ ਨਹਿ ਦੇਖਤ ਇਹੋ ਜਗ ਜਾਈ। ਇਸ ਪ੍ਰਕਾਰ ਨੈ ਨਹਿ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਇਹ ਸਾਰਾ ਜਗ ਸੰਸਾਰ ਹੀ ਤੁਰਿਆ ਜਾ ਰਿਹਾ। ਲਾਜ ਨ ਮਰਹੁ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਰਹਾਉ। ਲਾਜ ਸ਼ਰਮ ਨਾਲ ਕਿਉਂ ਨਹੀਂ ਮਰਦੇ? ਅੱਗੋਂ ਕਹਿੰਦੇ ਹੋ ਕਿ ਮੇਰਾ ਘਰ ਹੈ, ਮੇਰਾ ਘਰ ਹੈ, ਮੈਂ ਆਪਣੇ ਭਰਾ ਨੂੰ ਨਹੀਂ ਦੇਣਾ। ਜਦੋਂ ਅੰਤ ਅਖੀਰਲਾ ਬਾਰ ਦਿਨ ਆ ਗਿਆ ਤਾਂ ਕੁਝ ਪਦਾਰਥ ਵੀ ਤੁਹਾਡਾ ਨਹੀਂ ਰਹੇਗਾ। ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਸਾਹਿਬ ਕਿਰਪਾ ਕਰਦੇ ਹਨ। ਅਨਕ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਦੇਖੋ ਤੁਸੀਂ ਅਨੇਕਾਂ ਯਤਨ ਉਪਾਵ ਕਰਕੇ ਦਵਾਈਆਂ ਪਦਾਰਥਾਂ ਆਦਿ ਖਵਾ ਖਵਾ ਕੇ ਆਪਣੇ ਪਿਤਾ ਦੀ ਕਾਇਆ ਦੇਹੀ ਪਾਲਣਾ ਕੀਤੀ। ਤੁਸੀਂ ਆਪਣੀਆਂ ਦੇਹਾਂ ਨੂੰ ਵੀ ਘਿਓ ਮੱਖਣ ਆਦਿ ਖਾ ਖਾ ਕੇ ਪਾਲਣਾ ਕੀਤਾ। ਉਸੇ ਹੀ ਪਿਤਾ ਦੀ ਦੇਹੀ ਨੂੰ ਮਰਦੇ ਸਮੇਂ ਅੱਗ ਦੇ ਨਾਲ ਸਾੜਨਾ ਕੀਤਾ। ਇਵੇਂ ਹੀ ਇਹ ਤੁਹਾਡੀ ਦੇਹੀ ਸਾੜੀ ਜਾਵੇਗੀ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਹੇ ਭਾਈ, ਜੀਵ ਅਨੇਕਾਂ ਤਰ੍ਹਾਂ ਦੇ ਚੰਦਨਾਂ ਦੇ ਅਰਕ ਨੂੰ ਚੁਆ ਚੁਆ ਕੇ ਆਪਣੇ ਸਰੀਰ ਦੇ ਅੰਗਾਂ ਨੂੰ ਮਰਦਨ ਕਹੀਏ ਮਲਣਾ ਕਰਦਾ ਹੈ, ਪਰ ਉਹ ਤਨ ਸਰੀਰ ਅੰਤ ਨੂੰ ਚਿਖਾ ਦੇ ਵਿੱਚ ਲੱਕੜਾਂ ਦੇ ਨਾਲ ਜਲੈ ਸੜ ਜਾਂਦਾ ਹੈ। ਕਹੋ ਕਬੀਰ ਸੁਨ ਹੋਰੇ ਗੁਨੀਆ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਗੁਨੀਆਂ ਗੁਣਵਾਨੋ, ਵਿਚਾਰ ਵਾਲੇ ਪੁਰਸ਼ੋ, ਸਾਡੀ ਸਿੱਖਿਆ ਨੂੰ ਸੁਣਨਾ ਕਰੋ। ਜਿਹੜਾ ਤੁਹਾਡਾ ਰੂਪ ਆਕਾਰ ਹੈ ਇਹ ਬਿਨਸੈ ਗੋ ਨਾਸ ਹੋ ਜਾਵੇਗਾ। ਲੋਕ ਵੇਖਦਿਆਂ ਹੀ ਚਿਖਾ ਵਿੱਚ ਸਾੜ ਆਉਣਗੇ। ਜਿਸ ਰੂਪ ਨੂੰ ਸਾਰੀ ਦੁਨੀਆ ਦੇਖਦੀ ਹੈ ਇਹ ਅੰਤ ਨੂੰ ਛਿਨ ਵਿੱਚ ਹੀ ਨਾਸ ਹੋ ਜਾਵੇਗਾ। ਗੌੜੀ ਕਬੀਰ ਜੀ। ਕਬੀਰ ਜੀ ਦੇ ਨਗਰ ਵਿੱਚੋਂ ਜਦੋਂ ਕੋਈ ਮਰ ਜਾਵੇ ਤਾਂ ਇਹ ਉਸ ਲੋਥ ਦੇ ਨਾਲ ਸਿਵਿਆਂ ਤੱਕ ਜਾਂਦੇ ਸੀ। ਹੁਣ ਕਬੀਰ ਜੀ ਵਿਰਾਗ ਵਾਲੀ ਅਵਸਥਾ ਵਿੱਚ ਬੈਠੇ ਸਨ, ਕਿਸੇ ਦੇ ਸੰਸਕਾਰ 'ਤੇ ਨਹੀਂ ਜਾਂਦੇ। ਲੋਕਾਂ ਨੇ ਕਿਹਾ ਕਿ ਕਬੀਰ ਜੀ, ਅੱਗੇ ਤਾਂ ਤੁਸੀਂ ਸੰਸਕਾਰ ਵਾਸਤੇ ਨਾਲ ਜਾਇਆ ਕਰਦੇ ਸੀ, ਹੁਣ ਕਿਉਂ ਨਹੀਂ ਜਾਂਦੇ? ਤਾਂ ਕਬੀਰ ਸਾਹਿਬ ਜੀ ਆਪਣੀ ਮੌਜ ਵਿੱਚ ਬੈਠੇ ਹੋਏ ਇਉਂ ਉਚਾਰਨ ਕਰਦੇ ਹਨ। ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪ ਨ ਜੀਜੈ। ਹੇ ਭਾਈ, ਹੋਰ ਕਿਸੇ ਦੇ ਮਰੇ ਤੋਂ ਹੁਣ ਕੀ ਸੋਗ ਗਮ ਕਰਨਾ ਹੈ? ਜੇਕਰ ਆਪ ਜੀਜੈ ਜਿਉਂਦੇ ਨਾ ਰਹਿਣਾ ਹੋਵੇ ਤਦ ਹੀ ਸੋਗ ਕਰੀਏ। ਸੋਗ ਤਾਂ ਕਰੀਏ ਜੇਕਰ ਆਪ ਜਿਉਂਦੇ ਰਹਿਣਾ ਹੋਵੇ। ਫਿਰ ਪ੍ਰਸ਼ਨ ਕਰਦੇ ਕਬੀਰ ਜੀ, ਕੀ ਤੁਸੀਂ ਜਿਉਂਦੇ ਰਹੋਗੇ? ਉੱਤਰ ਦਿੰਦੇ ਆ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀ ਆਵਨ ਹਾਰਾ। ਰਹਾਉ। ਮੈਂ ਨਹੀਂ ਮਰਾਂਗਾ ਕਿਉਂਕਿ ਮੇਰੇ ਹਿਰਦੇ ਵਿੱਚੋਂ ਸੰਸਾਰਾ ਜਗਤ ਦਾ ਸਤਪੁਣਾ ਮਰਬੋ ਮਰ ਚੁੱਕਾ ਹੈ। ਹੁਣ ਮੋਹੇ ਮੈਨੂੰ ਜੀ ਆਵਨ ਹਾਰਾ, ਜਿਉਂਦੇ ਕਰਨ ਵਾਲਾ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਮਿਲ ਗਿਆ ਹੈ। ਮੈਨੂੰ ਜੀਵਤ ਕਰਨ ਵਾਲਾ ਬ੍ਰਹਮ ਚੇਤਨ ਮਿਲ ਗਿਆ ਹੈ। ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਯਾ ਦੇਹੀ ਪਰਮਲ ਮਹਿਕੰਦਾ, ਤਾ ਸੁਖ ਬਿਸਰੇ ਪਰਮਾਨੰਦਾ। ਇਸ ਦੇਹੀ ਸਰੀਰ ਉੱਪਰ ਜਿਹੜੇ ਲੋਕ ਪਰਮਲ ਚੰਦਨ ਆਦਿਕ ਦੀਆਂ ਮਹਿਕੰਦਾ ਸੁਗੰਧੀਆਂ ਆਦਿਕ ਲਗਾਉਂਦੇ ਹਨ, ਉਹਨਾਂ ਲੋਕਾਂ ਤਾਈਂ ਵਿਸ਼ੇ ਸੁੱਖ ਵਿੱਚ ਲੱਗਣ ਕਰਕੇ ਪਰਮਾਨੰਦਾ ਬ੍ਰਹਮਾਨੰਦ ਦਾ
ਸੁਖ ਬਿਸਰੇ ਭੁੱਲ ਗਿਆ ਹੈ। ਕੂਵਟਾ ਏਕ ਪੰਚ ਪਨਹਾਰੀ, ਟੂਟੀ ਲਾਜ ਭਰੈ ਮਤ ਹਾਰੀ। ਸੰਸਾਰ ਰੂਪੀ ਇੱਕ ਕੂਵਟਾ ਖੂਹ ਹੈ। ਇਸ ਦੇ ਵਿੱਚ ਪੰਜੇ ਗਿਆਨ ਇੰਦਰੀਆਂ ਵਿਸ਼ੇ ਰੂਪ ਪਨਹਾਰੀ ਪਾਣੀ ਭਰਨ ਵਾਲੀਆਂ ਹਨ। ਜਦੋਂ ਉਮਰਾ ਰੂਪੀ ਲੱਜ ਟੁੱਟ ਜਾਂਦੀ ਹੈ, ਉਦੋਂ ਭਰਨ ਵਾਲੀ ਜਿਹੜੀ ਮਤ ਬੁੱਧੀ ਹੈ, ਇਹ ਵੀ ਹਾਰ ਜਾਂਦੀ ਹੈ। ਇਸ ਦੇਹ ਵੱਲੋਂ ਉੱਠ ਕੇ ਪਰਲੋਕ ਨੂੰ ਚਲੀ ਜਾਂਦੀ ਹੈ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਵਟਾ ਨਾ ਪਨਹਾਰੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਬੁੱਧੀ ਨੂੰ ਵਿਚਾਰ ਕੇ ਵੇਖਿਆ ਹੈ ਕਿ ਨਾ ਹੀ ਉੱਥੇ ਉਹ ਸੰਸਾਰ ਰੂਪੀ ਕੂਵਟਾ ਖੂਹ ਰਹਿੰਦਾ, ਨਾ ਹੀ ਵਿਸ਼ੇ ਰੂਪੀ ਪਨਹਾਰੀ ਪਾਣੀ ਨੂੰ ਭਰਨ ਵਾਲੀਆਂ ਪੰਜੇ ਗਿਆਨ ਇੰਦਰੀਆਂ ਰਹਿੰਦੀਆਂ। ਗੌੜੀ ਕਬੀਰ ਜੀ। ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਨ ਕਿ ਹੇ ਮਹਾਰਾਜ, ਮੇਰੇ 'ਤੇ ਕਿਰਪਾ ਕਰੋ। ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਹੇ ਪਰਮੇਸ਼ਰ, ਅਸਥਾਵਰ ਇੱਕ ਥਾਂ ਸਥਿਤ ਰਹਿਣ ਵਾਲੇ ਬ੍ਰਿਛ ਪੱਥਰ ਆਦਿਕ ਜੰਗਮ ਲੱਤਾਂ ਨਾਲ ਤੁਰਨ ਫਿਰਨ ਵਾਲੇ ਜੀਵ, ਕੀਟ ਕੀੜੇ ਪਤੰਗਾ ਪਰਵਾਨੇ ਭਮੱਕੜ ਆਦਿਕ, ਇਹ ਜੂਨਾਂ ਵਿੱਚ ਅਸੀਂ ਬਹੁਤ ਸਾਰੇ ਮਾਇਆ ਦੇ ਰੰਗਾਂ ਤਮਾਸ਼ਿਆਂ ਵਿੱਚ ਪਿਆ ਹੋਇਆਂ ਨੇ ਅਨੇਕਾਂ ਜਨਮ ਧਾਰਨ ਕੀਤੇ ਹਨ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ ਰਹਾਉ। ਇਹੋ ਜਿਹੇ ਸਰੀਰਾਂ ਜੂਨੀਆਂ ਰੂਪੀ ਘਰ ਅਸੀਂ ਬਹੁਤ ਅਨੇਕਾਂ ਵਸਾਉਣੇ ਕੀਤੇ ਹਨ। ਹੇ ਰਾਮ ਪਰਮੇਸ਼ਰ, ਜਦੋਂ ਦੇ ਅਸੀਂ ਮਾਤਾ ਦੇ ਗਰਭ ਉਦਰ ਵਿੱਚ ਹੁੰਦੇ ਆਏ ਹਾਂ ਰਹਾਉ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ ਕਬਹੂ ਭੇਖਾਰੀ। ਕਦੇ ਪੁੰਨਾਂ ਦੇ ਪ੍ਰਤਾਪ ਕਰਕੇ ਜੋਗੀ ਬਣ ਕੇ ਯੋਗਾ ਅਭਿਆਸ ਕੀਤਾ, ਕਦੇ ਤਿਆਗੀ ਹੋ ਕੇ ਜਤੀ ਕਹਾਇਆ, ਕਦੇ ਧੂਣੀਆਂ ਤਾਪ ਕੇ ਤਪੀਆ ਕਹਾਇਆ, ਕਦੇ ਗ੍ਰਸਤ ਦਾ ਤਿਆਗ ਕਰਕੇ ਬ੍ਰਹਮਚਰਜ ਰੱਖ ਕੇ ਬ੍ਰਹਮਚਾਰੀ ਕਹਾਏ। ਕਬਹੂ ਕਹੀਏ ਕਦੇ ਉੱਤਮ ਕਰਮਾਂ ਕਰਕੇ ਰਾਜ ਭਾਗ ਦੀ ਪ੍ਰਾਪਤੀ ਕਰਕੇ ਰਾਜਾ ਰਜਵਾੜਿਆਂ ਦਾ ਮਾਲਕ ਕਹਾਇਆ। ਰਾਜਾ ਛਤਰਪਤ ਚੱਕਰਵਰਤੀ ਪਾਤਸ਼ਾਹ ਬਣ ਕੇ ਸਾਰੀ ਧਰਤੀ ਦੇ ਮਾਲਕ ਬਣੇ। ਤੇ ਕਬਹੂ ਕਦੇ ਪੁੰਨਾਂ ਤੋਂ ਹੀਣੇ ਹੋ ਕੇ ਭੇਖਾਰੀ ਪੰਗਤੇ ਬਣ ਕੇ ਭਿੱਖਿਆ ਹੀ ਮੰਗਦੇ ਫਿਰਦੇ ਰਹੇ। ਸਾਕਤ ਮਰਹਿ ਸੰਤ ਸਭ ਜੀਵਹਿ, ਰਾਮ ਰਸਾਇਨ ਰਸਨਾ ਪੀਵਹਿ। ਜਿਹੜੇ ਸਾਕਤ ਕਠੋਰ ਚਿੱਤ ਵਾਲੇ ਸ਼ਕਤੀ ਦੇ ਉਪਾਸ਼ਕ ਲੋਕ ਹਨ, ਉਹ ਸਾਰੇ ਮਰ ਜਾਣ ਤੇ ਸ਼ਾਂਤ ਆਤਮਾ ਮਹਾਂਪੁਰਖ ਸਾਰੇ ਹੀ ਜਿਉਂਦੇ ਰਹਿਣ। ਫਿਰ ਪ੍ਰਸ਼ਨ ਕਰਦੇ, ਹੈ ਕਬੀਰ ਜੀ, ਇਹ ਬਚਨ ਤੁਸੀਂ ਕਿਉਂ ਕਹਿ ਰਹੇ ਹੋ? ਕਬੀਰ ਸਾਹਿਬ ਕਹਿੰਦੇ, ਕਿਉਂਕਿ ਸਾਕਤ ਜੰਮਣ ਮਰਨ ਵਾਲੇ ਪਦਾਰਥਾਂ ਵਿੱਚ ਚਿੱਤ ਲਾਉਣ ਕਰਕੇ ਜੰਮਦੇ ਮਰਦੇ ਰਹਿੰਦੇ ਹਨ, ਅਤੇ ਇਹਨਾਂ ਦੀ ਸੰਗਤ ਕਰਕੇ ਹੀ ਜੂਨੀਆਂ ਨੂੰ ਭੋਗਣਾ ਪਿਆ ਹੈ। ਅਤੇ ਜੋ ਸੰਤ ਜਨ ਹਨ, ਉਹ ਸਦਾ ਹੀ ਜਿਉਂਦੇ ਹਨ, ਕਿਉਂਕਿ ਉਹ ਜੀਵਨ ਰੂਪ ਪਰਮੇਸ਼ਰ ਵਿੱਚ ਆਪਣੇ ਚਿੱਤ ਨੂੰ ਜੋੜਦੇ ਆ। ਇਸ ਕਰਕੇ ਇਹ ਬਚਨ ਕਹੇ ਹਨ। ਅਤੇ ਸੰਤ ਜਨ ਹੀ ਰਸਾਇਣ ਰਸਾਂ ਦੇ ਘਰ ਆਇਨ ਰਾਮ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਰਸਨਾ ਜੀਭਾ ਦੁਆਰਾ ਪੀਵਹਿ ਕਹੀਏ ਪੀਂਦੇ ਹਨ। ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੇ ਅਬ ਪੂਰਾ ਦੀਜੈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਭੂ ਪਰਮੇਸ਼ਰ ਤੂੰ ਸਾਡੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕਰਨੀ ਕਰ। ਹੇ ਅੰਤਰਜਾਮੀ, ਅਸੀਂ ਜਨਮਾਂ ਜਨਮਾਤਰਾਂ ਤੋਂ ਹਾਰ ਕੇ ਤੇਰੀ ਸ਼ਰਨ ਵਿੱਚ ਪਏ ਹਾਂ। ਹੁਣ ਇਸ ਮਾਨਸ ਦੇਹੀ ਵਿੱਚ ਪੂਰਾ ਕਹੀਏ ਪੂਰਨ ਗਿਆਨ ਦੀਜੈ ਦੇਣਾ ਕਰੋ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।